ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਕੈਨੇਡਾ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਦਾ ਐਲਾਨ, ਔਰਤਾਂ ਨੂੰ ਟਰੱਕ ਡਰਾਈਵਿੰਗ 'ਚ ਲਿਆਉਣ ਲਈ ਖਰਚੇ ਜਾਣਗੇ $13 ਲੱਖ। 54 ਔਰਤਾਂ ਨੂੰ ਦਿੱਤੀ ਜਾਵੇਗੀ 200 ਘੰਟੇ ਦੀ ਸਿਖਲਾਈ। ਸਕੂਲਿਜ ਫਾਊਂਡੇਸ਼ਨ ਵੱਲੋਂ 7 ਪੰਜਾਬੀ ਵਿਦਿਆਰਥੀਆਂ ਨੂੰ $7,80,000 ਵਜ਼ੀਫਾ ਦੇਣ ਦਾ ਐਲਾਨ। ਕੈਨੇਡਾ 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਕਮ ਵਾਲਾ ਵਜ਼ੀਫਾ। BC ਫੋਰਟ ਵਰਕਰਸ ਦੀ ਹੜਤਾਲ ਨੇ ਵਧਾਈ ਚਿੰਤਾ, ਅਰਥਚਾਰੇ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ, ਹੜਤਾਲ ਕਾਰਨ ਵਧਣਗੀਆਂ ਕੀਮਤਾਂ। ਗੂਗਲ ਦੇ ਖਬਰਾਂ ਤੱਕ ਪਹੁੰਚ ਦੇ ਲਿੰਕ ਹਟਾਉਣ ਦੇ ਫੈਸਲੇ ਤੋਂ ਹੈਰਾਨ ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼। ਕਿਆ ਅਜੇ ਤਾਂ ਕਾਨੂੰਨ ਪ੍ਰਭਾਵੀ ਵੀ ਨਹੀਂ ਹੋਇਆ? ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਔਰਤਾਂ ਨੂੰ ਟਰੱਕ ਡਰਾਈਵਿੰਗ ਦੇ ਖੇਤਰ 'ਚ ਲਿਆਉਣ ਲਈ $13 ਲੱਖ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਐਲਾਨੀ ਯੋਜਨਾ ਤਹਿਤ 54 ਔਰਤਾਂ ਨੂੰ 200 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ। ਸਿਰਫ ਇੰਨਾ ਹੀ ਨਹੀਂ, ਚਾਈਲਡ ਕੇਅਰ ਅਤੇ ਹੋਰ ਖਰਚਿਆਂ ਦੇ ਰੂਪ 'ਚ ਹਰ ਔਰਤ ਨੂੰ $4500 ਮੁਹੱਈਆ ਕਰਵਾਏ ਜਾਣਗੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਔਰਤਾਂ ਨੂੰ ਟਰੱਕ ਡਰਾਈਵਿੰਗ ਦੇ ਖੇਤਰ 'ਚ ਲਿਆਉਣ ਲਈ $13 ਲੱਖ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਨੇ ਕਿਹਾ ਕਿ ਵਪਾਰ 'ਚ ਟਰੱਕਿੰਗ ਦਾ ਵੱਡਾ ਯੋਗਦਾਨ ਹੈ, ਪਰ ਸੂਬੇ 'ਚ ਸਿਰਫ 2% ਔਰਤਾਂ ਹੀ ਟਰੱਕ ਡਰਾਈਵਿੰਗ ਕਰ ਰਹੀਆਂ ਨੇ। ਇਸ ਖੇਤਰ 'ਚ ਔਰਤਾਂ ਦੀ ਭਾਈਵਾਲੀ ਵਧਾਉਣਾ ਸਮੇਂ ਦੀ ਜ਼ਰੂਰਤ ਹੈ। ਸੂਬਾ ਸਰਕਾਰ ਵੱਲੋਂ ਐਲਾਨੀ ਯੋਜਨਾ ਤਹਿਤ 54 ਔਰਤਾਂ ਨੂੰ 200 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਟਰੈਕਟਰ, ਟ੍ਰੇਲਰ ਅਤੇ ਸਟ੍ਰੇਟ ਟਰੱਕ ਚਲਾਉਣ ਦੇ ਲਈ ਲਾਇਸੈਂਸ ਹਾਸਲ ਕਰ ਸਕਣ। ਸਿਰਫ ਇੰਨਾ ਹੀ ਨਹੀਂ, ਔਰਤਾਂ ਦੇ ਰਾਹ 'ਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕਰਦਿਆਂ ਚਾਈਲਡ ਕੇਅਰ ਅਤੇ ਹੋਰ ਖਰਚਿਆਂ ਦੇ ਰੂਪ 'ਚ ਹਰ ਔਰਤ ਨੂੰ $4500 ਮੁਹੱਈਆ ਕਰਵਾਏ ਜਾਣਗੇ। ਪ੍ਰੀਮੀਅਰ ਡਗ ਫੋਰਡ ਨੇ ਇਹ ਵੀ ਕਿਹਾ ਹੈ ਕਿ ਟਰੱਕਿੰਗ ਇੰਡਸਟਰੀ 'ਚ ਇਸ ਵੇਲੇ 6000 ਤੋਂ ਵੱਧ ਡਰਾਈਵਰਾਂ ਦੀ ਜ਼ਰੂਰਤ ਹੈ, ਜਿਸ ਨੂੰ ਵੇਖਦਿਆਂ 54 ਔਰਤਾਂ ਨਾਲ ਕੰਮ ਨਹੀਂ ਬਣਨਾ। ਆਉਣ ਵਾਲੇ ਦਹਾਕੇ ਦੌਰਾਨ ਓਨਟਾਰੀਓ ਨੂੰ ਹਜ਼ਾਰਾਂ ਹੋਰ ਟਰੱਕ ਡਰਾਈਵਰਾਂ ਦੀ ਜ਼ਰੂਰਤ ਹੈ ਜੋ ਕਾਰਖਾਨਿਆਂ, ਘਰਾਂ ਅਤੇ ਇਨਫਰਾਸਟ੍ਰਕਚਰ ਦੀ ਉਸਾਰੀ 'ਚ ਯੋਗਦਾਨ ਪਾਉਣਗੇ। ਜਾਣਕਾਰੀ ਮੁਤਾਬਕ ਔਰਤਾਂ ਨੂੰ ਟਰੱਕ ਸਿਖਾਉਣ ਦੀ ਪ੍ਰਕਿਰਿਆ ਕਿਚਨਰ, ਲੰਡਨ ਅਤੇ ਟੋਰਾਂਟੋ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਵਾਟਰਲੂ ਰੀਜਨ ਦੀਆਂ ਔਰਤਾਂ ਵੱਲੋਂ ਇਸ ਯੋਜਨਾ 'ਚ ਸਭ ਤੋਂ ਜ਼ਿਆਦਾ ਦਿਲਚਸਪੀ ਦਿਖਾਈ ਗਈ ਹੈ। BC 'ਚ ਸ਼ਨੀਵਾਰ ਤੋਂ ਪੋਰਟ ਵਰਕਰਸ ਯੂਨੀਅਨ ਦੀ ਸ਼ੁਰੂ ਹੋਣ ਵਾਲੀ ਹੜਤਾਲ ਕੈਨੇਡੀਅਨ ਅਰਥਚਾਰੇ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਹੜਤਾਲ ਹੋਣ ਕਾਰਨ ਕੈਨੇਡਾ ਦੇ ਵੈਸਟ ਕੋਸਟ ਤੇ ਕੰਟੇਨਰਾਂ ਦੇ ਢੇਰ ਲੱਗ ਜਾਣਗੇ ਅਤੇ ਪੂਰੇ ਮੁਲਕ 'ਚ ਕੀਮਤਾਂ ਵੱਧ ਸਕਦੀਆਂ ਨੇ, ਜਦਕਿ ਮੰਗਾਂ ਦੇ ਮਸਲੇ ਤੇ ਕੋਈ ਸਮਝੌਤਾ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। BC 'ਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਕੈਨੇਡੀਅਨ ਅਰਥਚਾਰੇ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਹੜਤਾਲ ਹੋਣ ਕਾਰਨ ਕੈਨੇਡਾ ਦੇ ਵੈਸਟ ਕੋਸਟ ਤੇ ਕੰਟੇਨਰਾਂ ਦੇ ਢੇਰ ਲੱਗ ਜਾਣਗੇ ਅਤੇ ਪੂਰੇ ਮੁਲਕ 'ਚ ਕੀਮਤਾਂ ਵੱਧ ਸਕਦੀਆਂ ਨੇ। ਕਾਰਗੋ ਲੋਡਰਸ ਦੀ ਯੂਨੀਅਨ ਮਹਿੰਗਾਈ ਭੱਤੇ ਦੀ ਇਵਜ਼ 'ਚ ਬਿਹਤਰ ਮੁਆਵਜ਼ੇ ਦੀ ਮੰਗ ਕਰ ਰਹੀ ਹੈ ਤੇ ਬੁੱਧਵਾਰ ਨੂੰ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ। ਫਿਲਹਾਲ ਮੰਗਾਂ ਦੇ ਮਸਲੇ ਤੇ ਕੋਈ ਸਮਝੌਤਾ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। BC ਦੀਆਂ ਬੰਦਰਗਾਹਾਂ ਰਾਹੀਂ ਰੋਜ਼ਾਨਾ $800 ਮਿਲੀਅਨ ਮੁੱਲ ਦੀਆਂ ਵਸਤਾਂ ਆਉਂਦੀਆਂ ਜਾਂਦੀਆਂ ਨੇ ਅਤੇ ਕੈਨੇਡਾ ਦੇ ਕੁੱਲ ਵਪਾਰ ਦਾ 25% ਇੱਥੋਂ ਹੀ ਹੈ। 30 ਬੰਦਰਗਾਹਾਂ ਤੇ ਕੰਮ ਕਰਦੇ ਤਕਰੀਬਨ 7500 ਕਾਰਗੋ ਲੋਡਰਜ਼ ਸਮਾਨ ਲੱਦਣ ਅਤੇ ਉਤਾਰਨ 'ਚ ਅਹਿਮ ਭੂਮਿਕਾ ਅਦਾ ਕਰਦੇ ਨੇ ਅਤੇ ਹੜਤਾਲ ਸ਼ੁਰੂ ਹੋਈ ਤਾਂ ਰੋਜ਼ਾਨਾ ਲੱਖਾਂ ਡਾਲਰ ਦਾ ਨੁਕਸਾਨ ਹੋਵੇਗਾ। ਥੋੜ੍ਹੇ ਦਿਨਾਂ ਦੀ ਹੀ ਹੜਤਾਲ ਦਾ ਵੱਡਾ ਅਸਰ ਪਵੇਗਾ ਤੇ ਜੇ ਹੜਤਾਲ ਲੰਬੀ ਚੱਲੀ ਤਾਂ ਨੁਕਸਾਨ ਜ਼ਿਆਦਾ ਹੋਵੇਗਾ। ਏਸ਼ੀਆ ਤੋਂ ਆਉਣ ਵਾਲਾ ਸਾਮਾਨ BC ਦੀਆਂ ਬੰਦਰਗਾਹਾਂ ਤੇ ਹੀ ਉਤਰਦਾ ਏ ਅਤੇ ਕੈਨੇਡੀਅਨ ਉਤਪਾਦ ਵੀ ਇੱਥੋਂ ਹੀ ਰਵਾਨਾ ਕੀਤੇ ਜਾਂਦੇ ਨੇ। ਸਭ ਤੋਂ ਵੱਡਾ ਅਸਰ ਆਟੋ ਸੈਕਟਰ ਅਤੇ ਰਿਟੇਲ ਸੈਕਟਰ 'ਚ ਸਾਹਮਣੇ ਆ ਸਕਦਾ ਏ, ਜੋ ਦਰਾਮਦਾਂ ਤੇ ਨਿਰਭਰ ਕਰਦਾ ਏ। ਇਸ ਤੋਂ ਇਲਾਵਾ ਕਿੰਗ ਅਤੇ ਵੇਅਰ ਹਾਊਸਿੰਗ ਉਦਯੋਗ ਵੀ ਪ੍ਰਭਾਵਿਤ ਹੋਣਗੇ। ਕੰਮ ਨਾ ਹੋਣ ਦੀ ਸੂਰਤ 'ਚ ਟਰੱਕ ਡਰਾਈਵਰਾਂ ਦੀ ਦਿਹਾੜੀ ਬੰਦ ਹੋ ਸਕਦੀ ਹੈ। ਹਾਲਾਤ ਨੂੰ ਵੇਖਦਿਆਂ ਦੋਹਾਂ ਧਿਰਾਂ ਨੂੰ ਕਿਸੇ ਨਾ ਕਿਸੇ ਸਮਝੌਤੇ ਤੇ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਕੈਨੇਡੀਅਨ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ
ਕਿ BC ਪੋਰਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਵਪਾਰਕ ਜਥੇਬੰਦੀਆਂ ਵੱਲੋਂ ਫੈਡਰਲ ਸਰਕਾਰ ਨੂੰ ਹੜਤਾਲ ਰੁਕਵਾਉਣ ਲਈ ਹਰ ਸੰਭਵ ਕਦਮ ਉਠਾਉਣ ਦੀ ਅਪੀਲ ਕੀਤੀ ਗਈ ਹੈ। ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰਕੇ ਬੁਲੰਦੀਆਂ ਹਾਸਲ ਕਰ ਲੈਂਦੇ ਨੇ। ਪਿਛਲੇ ਕੁਝ ਦਿਨਾਂ ਵਿੱਚ ਕਈ ਭਾਰਤੀਆਂ ਤੇ ਪੰਜਾਬੀਆਂ ਨੇ ਵਿਦੇਸ਼ਾਂ 'ਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਨੇ। ਅਜਿਹਾ ਹੀ ਮਾਣ ਪੰਜਾਬ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤਾ ਹੈ। ਇਹਨਾਂ ਵਿਦਿਆਰਥੀਆਂ ਨੂੰ ਕੈਨੇਡਾ 'ਚ 4.68 ਕਰੋੜ ਦਾ ਵਜ਼ੀਫਾ ਮਿਲਿਆ ਹੈ। ਕੈਨੇਡਾ ਦੇ ਵਿਦਿਅਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕੂਲਿਚ ਫਾਊਂਡੇਸ਼ਨ ਵੱਲੋਂ 7 ਪੰਜਾਬੀ ਵਿਦਿਆਰਥੀਆਂ ਨੂੰ $7,80,000 ਜਾਣੀ ਕਿ ਤਕਰੀਬਨ 4 ਕਰੋੜ 68 ਲੱਖ ਰੁਪਏ ਵਜ਼ੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚ 3 ਪੰਜਾਬੀ ਵਿਦਿਆਰਥੀ ਨੇ ਤੇ 4 ਵਿਦਿਆਰਥਣਾਂ। ਈਸ਼ਾਨ ਗਰੇਵਾਲ, ਸਿਮਰ ਉਭੀ, ਮਨਰੂਪ ਕੌਰ ਕਲਸੀ ਅਤੇ ਮਾਹੀ ਜੋਸ਼ੀ ਆਉਂਦੇ ਸਤੰਬਰ ਮਹੀਨੇ ਵੱਖ-ਵੱਖ ਯੂਨੀਵਰਸਿਟੀਆਂ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨਗੇ, ਜਦਕਿ ਅਸਬਾਨੀ ਕੌਰ ਤੇ ਸਰੀਨਾ ਕੌਰ ਸੰਧੂ ਸਾਇੰਸ ਅਤੇ ਮਨਸਵਾ ਕਤਿਆਲ ਗਣਿਤ ਦੀ ਪੜ੍ਹਾਈ ਸ਼ੁਰੂ ਕਰੇਗਾ। ਸਕੂਲਿਚ ਫਾਊਂਡੇਸ਼ਨ ਵੱਲੋਂ ਇਸ ਵਜ਼ੀਫੇ ਲਈ ਲੀਡਰਸ਼ਿਪ ਵਾਲੇ ਗੁਣ, ਉੱਚਾ ਆਚਰਣ, ਵਚਨਬੱਧਤਾ ਅਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਕੂਲਿਚ ਫਾਊਂਡੇਸ਼ਨ ਵੱਲੋਂ ਇੰਜੀਨੀਅਰਿੰਗ ਦੇ ਹੋਣਹਾਰ ਵਿਦਿਆਰਥੀਆਂ ਨੂੰ $1,20,000 ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀਆਂ ਨੂੰ $1 ਲੱਖ ਦਾ ਵਜ਼ੀਫਾ ਦਿੱਤਾ ਜਾਂਦਾ ਹੈ। ਕੈਨੇਡਾ 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਕਮ ਵਾਲਾ ਇਹ ਵਜ਼ੀਫਾ ਹੈ। ਕੈਨੇਡਾ 'ਚ ਇੰਸਟਾਗ੍ਰਾਮ ਤੇ ਫੇਸਬੁੱਕ ਉਪਭੋਗਤਾ ਖਬਰਾਂ ਨਹੀਂ ਦੇਖ ਸਕਣਗੇ, ਕਿਉਂਕਿ ਮੈਟਾ ਨੇ ਇੱਕ ਬਿੱਲ ਦੇ ਕਾਰਨ ਦੇਸ਼ 'ਚ ਨਿਊਜ਼ ਫੀਡ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਕੈਨੇਡਾ ਨੇ ਇੱਕ ਬਿੱਲ ਪਾਸ ਕਰ ਦਿੱਤਾ ਹੈ, ਜਿਸ ਵਿੱਚ ਇੰਟਰਨੈਟ ਦਿੱਗਜਾਂ ਨੂੰ ਖਬਰ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਮੈਟਾ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਨੇ ਕਿਹਾ ਹੈ ਕਿ ਸੰਸਦ ਦੁਆਰਾ ਕਾਨੂੰਨ ਨੂੰ ਨਾਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਕੈਨੇਡਾ 'ਚ ਸਾਰੇ ਉਪਭੋਗਤਾਵਾਂ ਲਈ ਖਬਰਾਂ ਤੱਕ ਪਹੁੰਚ ਨੂੰ ਰੋਕ ਦੇਵੇਗੀ। ਕੈਨੇਡਾ 'ਚ ਇੰਸਟਾਗ੍ਰਾਮ ਤੇ ਫੇਸਬੁੱਕ ਉਪਭੋਗਤਾ ਖਬਰਾਂ ਨਹੀਂ ਦੇਖ ਸਕਣਗੇ, ਕਿਉਂਕਿ ਮੈਟਾ ਨੇ ਇੱਕ ਬਿੱਲ ਦੇ ਕਾਰਨ ਦੇਸ਼ 'ਚ ਨਿਊਜ਼ ਫੀਡ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਗੂਗਲ ਨੇ ਵੀ ਸਪਸ਼ਟ ਕੀਤਾ ਹੈ ਕਿ ਲਿਬਰਲ ਸਰਕਾਰ ਦੇ ਆਨਲਾਈਨ ਨਿਊਜ਼ ਐਕਟ ਕਰਕੇ ਉਹ ਆਪਣੇ ਪਲੇਟਫਾਰਮਸ ਤੋਂ ਕੈਨੇਡੀਅਨ ਖਬਰਾਂ ਹਟਾ ਦੇਵੇਗਾ ਤੇ ਲੋਕਲ ਪਬਲਿਸ਼ਰਸ ਨਾਲ ਚੱਲ ਰਹੀਆਂ ਆਪਣੀਆਂ ਡੀਲਸ ਨੂੰ ਵੀ ਖਤਮ ਕਰ ਦੇਵੇਗਾ। ਇਸ ਨਿਊਜ਼ ਐਕਟ 'ਚ ਗੂਗਲ ਤੇ ਮੈਟਾ ਵਰਗੀਆਂ ਡਿਜੀਟਲ ਕੰਪਨੀਆਂ ਨੂੰ ਕੈਨੇਡਾ ਦੇ ਮੀਡੀਆ ਆਊਟਲੈਟਸ ਦੀ ਸਮੱਗਰੀ ਪੋਸਟ ਕਰਨ ਬਦਲੇ ਅਦਾਇਗੀ ਕਰਨ ਲਈ ਆਖਿਆ ਗਿਆ ਹੈ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਗੂਗਲ ਨੇ ਆਪਣੇ ਸਰਚ ਇੰਜਨ ਗੂਗਲ ਨਿਊਜ਼ ਅਤੇ ਗੂਗਲ ਡਿਸਕਵਰ ਤੋਂ ਸਿਰਫ ਕੈਨੇਡੀਅਨ ਪਬਲਿਸ਼ਰਸ ਤੋਂ ਰੀਡਰਸ ਲਈ ਨਿਊਜ਼ ਲਿੰਕ ਹਟਾਉਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਯੂਜ਼ਰਸ ਅਜੇ ਵੀ BBC, ਨਿਊਯਾਰਕ ਟਾਈਮਸ ਤੇ ਫੌਕਸ ਨਿਊਜ਼ ਵਰਗੇ ਇੰਟਰਨੈਸ਼ਨਲ ਆਊਟਲੈਟਸ ਤੋਂ ਨਿਊਜ਼ ਸਰਚ ਕਰ ਸਕਣਗੇ। ਕੰਪਨੀ ਨੇ ਇਹ ਵੀ ਆਖਿਆ ਹੈ ਕਿ ਉਹ ਕੈਨੇਡਾ 'ਚ ਗੂਗਲ ਨਿਊਜ਼ ਸ਼ੋਕੇਸ ਨੂੰ ਵੀ ਖਤਮ ਕਰੇਗੀ। ਇਹ ਅਜਿਹਾ ਪ੍ਰੋਡਕਟ ਹੈ ਜਿਸ ਦੀ ਵਰਤੋਂ ਇਸ ਵੱਲੋਂ 150 ਤੋਂ ਵੱਧ ਲੋਕਲ ਪਬਲਿਸ਼ਰਸ ਤੋਂ ਨਿਊਜ਼ ਨੂੰ ਲਾਇਸੈਂਸ ਕਰਨ ਲਈ ਕੀਤੀ ਜਾਂਦੀ ਹੈ। ਇੱਕ ਇੰਟਰਵਿਊ 'ਚ ਗੂਗਲ ਲਈ ਗਲੋਬਲ ਅਫੇਅਰਸ ਤੇ ਇਸ ਦੀ ਪੇਰੈਂਟ ਕੰਪਨੀ ਐਲਫਾਬੈਟ ਦੇ ਪ੍ਰੈਜ਼ੀਡੈਂਟ ਕੈਂਟ ਵਾਕਰ ਨੇ ਆਖਿਆ ਕਿ ਇੱਕ ਵਾਰੀ ਇਸ ਕਾਨੂੰਨ ਦੇ ਪ੍ਰਭਾਵੀ ਹੋਣ ਮਗਰੋਂ ਅਸੀਂ ਇਹਨਾਂ ਐਗਰੀਮੈਂਟਸ ਨੂੰ ਜਾਰੀ ਨਹੀਂ ਰੱਖ ਸਕਾਂਗੇ। ਜ਼ਿਕਰਯੋਗ ਹੈ ਕਿ ਇਸ ਨਵੇਂ ਕਾਨੂੰਨ ਸੰਬੰਧੀ ਬਿੱਲ ਪਿਛਲੇ ਹਫ਼ਤੇ ਪਾਸ ਹੋਇਆ ਸੀ ਤੇ ਇਹ ਇਸ ਸਾਲ ਦੇ ਅੰਤ ਤੱਕ ਪ੍ਰਭਾਵੀ ਹੋ ਜਾਵੇਗਾ। ਵਾਕਰ ਨੇ ਦੱਸਿਆ ਕਿ ਗੂਗਲ ਦੇ ਫੈਸਲੇ ਬਾਰੇ ਉਹਨਾਂ ਵੱਲੋਂ ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼ ਨੇ ਆਖਿਆ ਹੈ ਕਿ ਗੂਗਲ ਦੇ ਇਸ ਐਲਾਨ ਤੋਂ ਉਹ ਕਾਫੀ ਹੈਰਾਨ ਨੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਟਾ ਨਾਲ ਮਾਮਲਾ ਗੁੰਝਲਦਾਰ ਰਿਹਾ ਹੈ, ਪਰ ਗੂਗਲ ਦੇ ਅਧਿਕਾਰੀਆਂ ਨਾਲ ਤਾਂ ਉਹਨਾਂ ਦੀ ਵੀਰਵਾਰ ਸਵੇਰ ਤੱਕ ਗੱਲ ਹੁੰਦੀ ਰਹੀ ਹੈ। ਇਸ ਲਈ ਗੂਗਲ ਦੀ ਇਸ ਪ੍ਰਤੀਕਿਰਿਆ ਤੋਂ ਉਹ ਕਾਫੀ ਹੈਰਾਨ ਨੇ। ਉਹਨਾਂ ਆਖਿਆ ਕਿ ਅਜੇ ਤਾਂ ਕਾਨੂੰਨ ਪ੍ਰਭਾਵੀ ਵੀ ਨਹੀਂ ਹੋਇਆ ਤੇ ਕੰਪਨੀ ਨਾਲ ਗੱਲਬਾਤ ਚਲਦੀ ਹੋਣ ਕਰਕੇ ਉਹਨਾਂ ਨੂੰ ਆਸ ਹੈ ਕਿ ਕਿਸੇ ਨਾ ਕਿਸੇ ਸਾਂਝੇ ਹੱਲ ਉੱਤੇ ਪਹੁੰਚਿਆ ਜਾ ਸਕਦਾ ਹੈ। ਕੈਨੇਡਾ ਉੱਪਰ ਰੋਜ਼ਾਨਾ 6 ਅਰਬ ਤੋਂ ਵੱਧ ਸਾਈਬਰ ਹਮਲੇ ਹੋ ਰਹੇ ਨੇ।
ਤੇ ਪਿਛਲੇ ਸਾਲ ਫੈਡਰਲ ਸਰਕਾਰ ਸਣੇ ਵੱਖ-ਵੱਖ ਖੇਤਰਾਂ ਦੀਆਂ ਨਾਮੀ ਕੰਪਨੀਆਂ ਦੇ ਕੰਪਿਊਟਰ हैक ਕਰਨ ਤੇ 2.3 ਖਰਬ ਯਤਨ ਰੋਕੇ ਗਏ। 2020-21 ਚ ਆਟੋਮੇਟਿਡ ਰੱਖਿਆ ਪ੍ਰਣਾਲੀ ਰਾਹੀਂ ਰੋਜ਼ਾਨਾ 2 ਅਰਬ ਤੋਂ 7 ਅਰਬ ਹਮਲੇ ਰੋਕੇ ਗਏ, ਜਦਕਿ 2021-22 ਚ ਇਹ ਅੰਕੜਾ 3 ਅਰਬ ਤੋਂ 5 ਅਰਬ ਰੋਜ਼ਾਨਾ ਦਰਜ ਕੀਤਾ ਗਿਆ। ਕੈਨੇਡਾ ਚ ਇਲੈਕਟ੍ਰੋਨਿਕ ਖੇਤਰ ਦੀ ਖੁਫੀਆ ਏਜੰਸੀ ਕਮਿਊਨੀਕੇਸ਼ਨ ਸਿਕਿਉਰਿਟੀ ਐਸਟੈਬਲਿਸ਼ਮੈਂਟ ਦਾ ਕਹਿਣਾ ਹੈ ਕਿ ਇਹ ਕੰਮ ਸਧਾਰਨ ਹੈਕਰਾਂ ਦਾ ਨਹੀਂ ਬਲਕਿ ਕਈ ਮੁਲਕਾਂ ਦੀਆਂ ਸਰਕਾਰਾਂ ਵੀ ਲਗਾਤਾਰ ਕੁਝ ਯਤਨਾਂ 'ਚ ਸ਼ਾਮਲ ਹੁੰਦੀਆਂ ਨੇ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਕਮਿਊਨੀਕੇਸ਼ਨ ਸਿਕਿਉਰਿਟੀ ਐਸਟੈਬਲਿਸ਼ਮੈਂਟ ਦੇ ਬੁਲਾਰੇ ਰੋਬਿਨ ਹੋਕੋ ਨੇ ਕਿਹਾ ਹੈ ਕਿ ਸਾਈਬਰ ਹਮਲਿਆਂ 'ਚ ਵਾਧਾ ਦਰਸਾਉਂਦਾ ਹੈ ਕਿ ਕੌਮਾਂਤਰੀ ਪੱਧਰ ਤੇ ਸਾਈਬਰ ਖਤਰੇ ਕਿੰਨੇ ਗੰਭੀਰ ਹੁੰਦੇ ਜਾ ਰਹੇ ਨੇ। ਓਮ ਰਾਊਤ ਦੇ ਨਿਰਦੇਸ਼ਨ 'ਚ ਬਣੀ ਬਾਲੀਵੁੱਡ ਫਿਲਮ ਆਦਿਪੁਰਸ਼ ਦਾ ਵਿਦੇਸ਼ਾਂ 'ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਫਿਲਮ ਆਦਿਪੁਰਸ਼ ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਕੈਨੇਡਾ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਸ ਫਿਲਮ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਕੈਨੇਡਾ ਦੇ ਮੈਂਬਰਾਂ ਨੇ ਕਿਹਾ ਕਿ ਫਿਲਮ ਆਦਿਪੁਰਸ਼ 'ਚ ਪਾਤਰਾਂ ਵੱਲੋਂ ਬੋਲੇ ਗਏ ਡਾਇਲੌਗਸ ਨਾਲ ਦੁਨੀਆ ਦੇ ਹਰ ਕੋਨੇ 'ਚ ਵਸਦੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਨੇ ਇਸ ਫਿਲਮ ਨੂੰ ਲੈ ਕੇ ਡੂੰਘੀ ਚਿੰਤਾ ਜਤਾਉਂਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਇਸ ਫਿਲਮ ਤੇ ਦੁਨੀਆ ਭਰ 'ਚ ਬੈਨ ਕਰਨ ਦੀ ਮੰਗ ਕੀਤੀ ਹੈ। ਅਮਰੀਕਾ ਦੇ ਸਕੂਲਾਂ 'ਚ ਪ੍ਰਾਇਮਰੀ ਪੱਧਰ ਤੇ ਹਿੰਦੀ ਭਾਸ਼ਾ ਦੀ ਪੜ੍ਹਾਈ ਲਈ ਏਸ਼ੀਆ ਸੁਸਾਇਟੀ ਅਤੇ ਇੰਡੀਅਨ ਅਮਰੀਕਨ ਇੰਪੈਕਟ ਦੇ ਜਨ ਪ੍ਰਤੀਨਿਧੀਆਂ ਨੇ ਰਾਸ਼ਟਰਪਤੀ ਜੋਏ ਬਾਈਡਨ ਨੂੰ ਪ੍ਰਸਤਾਵ ਸੌਂਪਿਆ। ਇਸ ਵਿੱਚ 816 ਕਰੋੜ ਰੁਪਏ ਦੇ ਫੰਡ ਨਾਲ 1000 ਸਕੂਲਾਂ 'ਚ ਹਿੰਦੀ ਦੀ ਪੜ੍ਹਾਈ ਸ਼ੁਰੂ ਹੋਵੇਗੀ। ਹਿੰਦੀ ਭਾਸ਼ਾ ਦੀ ਪੜ੍ਹਾਈ ਅਗਲੇ ਸਾਲ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਅਮਰੀਕਾ ਦੇ ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ਤੇ ਹਿੰਦੀ ਭਾਸ਼ਾ ਦੀ ਪੜ੍ਹਾਈ ਲਈ ਰਾਹ ਖੁੱਲ੍ਹ ਗਿਆ ਹੈ। ਏਸ਼ੀਆ ਸੁਸਾਇਟੀ ਅਤੇ ਇੰਡੀਅਨ ਅਮਰੀਕਨ ਇੰਪੈਕਟ ਨਾਲ ਜੁੜੇ 100 ਤੋਂ ਜ਼ਿਆਦਾ ਜਨ ਪ੍ਰਤੀਨਿਧੀਆਂ ਨੇ ਰਾਸ਼ਟਰਪਤੀ ਜੋਏ ਬਾਈਡਨ ਨੂੰ ਇਸ ਸੰਬੰਧੀ ਪ੍ਰਸਤਾਵ ਸੌਂਪਿਆ। ਇਸ ਵਿੱਚ 816 ਕਰੋੜ ਰੁਪਏ ਦੇ ਫੰਡ ਨਾਲ 1000 ਸਕੂਲਾਂ 'ਚ ਹਿੰਦੀ ਦੀ ਪੜ੍ਹਾਈ ਸ਼ੁਰੂ ਹੋਵੇਗੀ। ਸੰਭਾਵਨਾ ਹੈ ਕਿ ਭਾਰਤ ਪ੍ਰਤੀ ਬਾਈਡਨ ਦੇ ਸਕਾਰਾਤਮਕ ਰਵੱਈਏ ਅਤੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਹਿੰਦੀ ਭਾਸ਼ਾ ਦੀ ਪੜ੍ਹਾਈ ਅਗਲੇ ਸਾਲ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਏਐਸ ਅਤੇ ਆਈਏਐਸ ਨੇ ਹਿੰਦੀ ਭਾਸ਼ਾ ਦੀ ਪੜ੍ਹਾਈ ਸ਼ੁਰੂ ਕਰਨ ਤੇ ਅਧਿਆਪਕਾਂ ਦੀ ਵਿਵਸਥਾ ਅਤੇ ਕੋਰਸ ਸ਼ੁਰੂ ਕਰਨ 'ਚ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਾਇਮਰੀ ਜਮਾਤਾਂ ਤੋਂ ਸ਼ੁਰੂ ਹੋਣ ਵਾਲੀ ਹਿੰਦੀ ਦੀ ਪੜ੍ਹਾਈ 'ਚ ਅੰਗਰੇਜ਼ੀ ਤੋਂ ਬਾਅਦ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਚੁਣਨ ਦਾ ਵਿਕਲਪ ਹੋਵੇਗਾ। ਅਮਰੀਕਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲਗਭਗ 45 ਲੱਖ ਲੋਕਾਂ 'ਚੋਂ 9 ਲੱਖ ਤੋਂ ਵੱਧ ਲੋਕਾਂ ਦੁਆਰਾ ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਹੈ। ਇਸ ਸਮੇਂ ਅਮਰੀਕਾ 'ਚ ਹਾਈ ਸਕੂਲ ਪੱਧਰ ਤੇ ਹਿੰਦੀ ਦੇ ਕੋਰਸ ਚਲਾਏ ਜਾ ਰਹੇ ਨੇ। ਇਸ ਵਿੱਚ ਹਿੰਦੀ ਦਾ ਸਿਰਫ ਮੁੱਢਲਾ ਅਧਿਐਨ ਹੀ ਪੜ੍ਹਾਇਆ ਜਾਂਦਾ ਹੈ। ਇੰਡੀਆ ਇੰਪੈਕਟ ਦੇ ਪ੍ਰਧਾਨ ਨੀਲ ਮਖੀਜਾ ਦਾ ਕਹਿਣਾ ਹੈ ਕਿ ਜਦੋਂ ਬੱਚਿਆਂ ਨੂੰ ਸ਼ੁਰੂਆਤੀ ਜਮਾਤਾਂ ਤੋਂ ਹਿੰਦੀ ਨਹੀਂ ਸਿਖਾਈ ਜਾਂਦੀ ਅਤੇ ਅਚਾਨਕ ਹਾਈ ਸਕੂਲ ਪੱਧਰ ਤੇ ਹਿੰਦੀ ਦਾ ਵਿਕਲਪ ਆਉਂਦਾ ਹੈ ਤਾਂ ਬੱਚੇ ਇਸ ਭਾਸ਼ਾ ਨੂੰ ਬਿਲਕੁਲ ਨਹੀਂ ਸਮਝਦੇ। ਹੁਣ ਬੱਚੇ ਪ੍ਰਾਇਮਰੀ ਜਮਾਤਾਂ ਤੋਂ ਹਿੰਦੀ ਸ਼ੁਰੂ ਕਰਨ ਦਾ ਲਾਭ ਲੈ ਸਕਣਗੇ। ਅਮਰੀਕਾ 'ਚ ਭਾਰਤੀ ਬਹੁਲਤਾ ਵਾਲੇ ਰਾਜਾਂ ਨਿਊ ਜਰਸੀ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ 'ਚ ਹਿੰਦੀ ਪੜ੍ਹਾਉਣ ਵਾਲੇ ਤਕਰੀਬਨ 10 ਸਕੂਲ ਨੇ। ਨਿਊ ਜਰਸੀ 'ਚ ਅਜਿਹਾ ਹੀ ਇੱਕ ਸਕੂਲ ਚਲਾਉਣ ਵਾਲੇ ਬਿਸ਼ਨ ਅਗਰਵਾਲ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ 5 ਤੋਂ 16 ਸਾਲ ਦੇ ਬੱਚਿਆਂ ਨੂੰ ਹਿੰਦੀ ਸਿਖਾਈ ਜਾਂਦੀ ਹੈ। ਕੋਰਸ ਦੇ 3 ਪੜਾਅ ਤੈਅ ਕੀਤੇ ਗਏ ਨੇ: ਸ਼ੁਰੂਆਤੀ, ਸੈਕੰਡਰੀ ਅਤੇ ਉੱਚ ਪੱਧਰ। 20 ਸਾਲ ਪਹਿਲਾਂ ਤੱਕ ਅਮਰੀਕਾ 'ਚ ਹਿੰਦੀ ਪੜ੍ਹਾਉਣ ਵਾਲਾ ਕੋਈ ਸਕੂਲ ਨਹੀਂ ਸੀ। ਹਿੰਦੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ 'ਚ ਵੀ ਵਾਧਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੁਪਰੀਮ ਕੋਰਟ ਵੱਲੋਂ ਵਿਦਿਆਰਥੀ ਕਰਜ਼ਿਆਂ ਨੂੰ ਮੁਆਫ ਕਰਨ ਦੀ ਯੋਜਨਾ ਨੂੰ ਰੱਦ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਵਿਦਿਆਰਥੀ ਰਾਹਤ ਲਈ ਇੱਕ ਵਿਕਲਪਿਕ ਯੋਜਨਾ ਪੇਸ਼ ਕਰਨ ਦਾ ਭਰੋਸਾ ਦਿੱਤਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਕੁਝ ਘੰਟਿਆਂ ਬਾਅਦ ਵਾਈਟ ਹਾਊਸ ਤੋਂ ਬਾਈਡਨ ਦੀ ਟਿੱਪਣੀ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਅਰਬਾਂ ਡਾਲਰ ਦੇ ਵਿਦਿਆਰਥੀ ਕਰਜ਼ਿਆਂ ਨੂੰ ਮੁਆਫ ਕਰਨ ਦੀ ਯੋਜਨਾ ਨੂੰ ਰੱਦ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਏ ਬਾਈਡਨ ਨੇ ਸ਼ਨੀਵਾਰ ਨੂੰ ਵਿਦਿਆਰਥੀ ਰਾਹਤ ਲਈ ਇੱਕ ਵਿਕਲਪਿਕ ਯੋਜਨਾ ਪੇਸ਼ ਕਰਨ ਦਾ ਭਰੋਸਾ ਦਿੱਤਾ।
ਬਾਈਡਨ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ 'ਚ ਵਿਦਿਆਰਥੀ ਕਰਜ਼ੇ ਦੀ ਅਦਾਇਗੀ ਦੀ ਜ਼ਰੂਰਤ ਹੋਵੇਗੀ, ਪਰ ਉਹ ਵਿਦਿਆਰਥੀ ਲੋਨ ਭੁਗਤਾਨਾਂ ਤੇ ਡਿਫਾਲਟਰ ਹੋਣ ਦੇ ਜ਼ੋਖਮ ਨੂੰ ਘਟਾਉਣ ਲਈ ਤਿਆਰ ਕੀਤੇ ਗਏ ਉੱਚ ਸਿੱਖਿਆ ਐਕਟ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਪੇਸ਼ ਕਰਨ ਤੇ ਕੰਮ ਕਰੇਗਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਕੁਝ ਘੰਟਿਆਂ ਬਾਅਦ ਵਾਈਟ ਹਾਊਸ ਤੋਂ ਬਾਈਡਨ ਦੀ ਟਿੱਪਣੀ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਲੱਖਾਂ ਫੈਡਰਲ ਵਿਦਿਆਰਥੀ ਕਰਜ਼ਿਆਂ ਨੂੰ ਰੱਦ ਕਰਨ ਜਾਂ ਘਟਾਉਣ ਲਈ $400 ਬਿਲੀਅਨ ਦੀ ਯੋਜਨਾ ਦਾ ਪ੍ਰਸਤਾਵ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਸੀ। ਉਧਾਰ ਲੈਣ ਵਾਲਿਆਂ ਨੂੰ ਝੂਠੀ ਉਮੀਦ ਦੇਣ ਬਾਰੇ ਇੱਕ ਸਵਾਲ ਦੇ ਜਵਾਬ 'ਚ ਬਾਈਡਨ ਨੇ ਕਿਹਾ ਕਿ ਮੈਂ ਕੋਈ ਝੂਠੀ ਉਮੀਦ ਨਹੀਂ ਦਿੱਤੀ। ਉਮੀਦ ਦੀ ਜੋ ਕਿਰਨ ਸੀ ਉਹ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਖੋਹ ਲਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ ਨੇੜੇ ਦੇਖਿਆ ਤਾਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਕੋਲੋਂ ਵਿਸਫੋਟਕ ਤੇ ਖਤਰਨਾਕ ਹਥਿਆਰ ਬਰਾਮਦ ਹੋਏ ਨੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਿਅਕਤੀ ਕੋਲੋਂ ਵਿਸਫੋਟਕ ਤੇ ਖਤਰਨਾਕ ਹਥਿਆਰ ਬਰਾਮਦ ਹੋਏ ਨੇ। ਪੁਲਿਸ ਮੁਤਾਬਕ ਵਿਅਕਤੀ ਦੀ ਪਛਾਣ ਸਿਆਟਲ ਦੇ ਰਹਿਣ ਵਾਲੇ 37 ਸਾਲਾ ਟੇਲਰ ਟੈਰੈਂਟੋ ਵਜੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ ਨੇੜੇ ਦੇਖਿਆ ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟੈਰੈਂਟੋ ਓਬਾਮਾ ਦੇ ਘਰ ਵੱਲ ਭੱਜਣ ਲੱਗਾ ਸੀ ਤਾਂ ਸਮੇਂ ਸਿਰ ਫੜਿਆ ਗਿਆ। ਜਾਣਕਾਰੀ ਮੁਤਾਬਕ ਇਹ ਵਿਅਕਤੀ ਯੂਐਸ ਕੈਪੀਟਲ ਰਾਈਟਸ ਦੇ ਵਿੱਚ ਵੀ ਲੋੜੀਂਦਾ ਹੈ। ਗ੍ਰਿਫਤਾਰੀ ਦੌਰਾਨ ਅਧਿਕਾਰੀਆਂ ਨੂੰ ਟੈਰੈਂਟੋ ਦੀ ਗੱਡੀ ਵੀ ਬਰਾਮਦ ਹੋਈ ਹੈ, ਜਿਸ ਵਿੱਚ ਬਹੁਤ ਸਾਰੇ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਰੱਖੀ ਹੋਈ ਹੈ। ਹਾਲਾਂਕਿ ਇਹਨਾਂ ਹਥਿਆਰਾਂ ਦੀ ਹਾਲੇ ਤੱਕ ਵਰਤੋਂ ਨਹੀਂ ਕੀਤੀ ਗਈ। CBS ਨਿਊਜ਼ ਦੇ ਅਨੁਸਾਰ ਟੈਰੈਂਟੋ ਨੇ ਪਹਿਲਾਂ ਲਾਈਵ ਪ੍ਰਸਾਰਣ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਪ੍ਰਸਿੱਧ ਸ਼ਖਸੀਅਤ ਨੂੰ ਧਮਕੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ 6 ਜਨਵਰੀ 2021 ਨੂੰ ਹੋਏ ਰਾਜਧਾਨੀ ਦੰਗਿਆਂ 'ਚ ਵੀ ਟੈਰੈਂਟੋ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਬਰਾਕ ਓਬਾਮਾ ਦੇ ਘਰ ਨੇੜੇ ਡਿਊਟੀ ਤੇ ਤੈਨਾਤ ਅਧਿਕਾਰੀਆਂ ਨੇ ਦੇਖਿਆ ਕਿ ਓਬਾਮਾ ਦੇ ਘਰ ਦੇ ਨੇੜੇ ਟੈਰੈਂਟੋ ਮੌਜੂਦ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ DC ਏਰੀਏ 'ਚ ਰਹਿ ਰਿਹਾ ਸੀ। ਉਹ ਆਪਣੀ ਵੈਨ ਨਾਲ DC ਜੇਲ੍ਹ ਦੇ ਬਾਹਰ ਕੈਂਪ ਕਰਦਾ ਵੀ ਨਜ਼ਰ ਆਇਆ ਸੀ। 6 ਜਨਵਰੀ ਦੀ ਘਟਨਾ ਦੇ ਕਈ ਦੋਸ਼ੀ ਇਸ ਜੇਲ੍ਹ ਵਿੱਚ ਹੀ ਬੰਦ ਨੇ। 4 ਵਾਰ ਅਕੈਡਮੀ ਅਵਾਰਡ ਲਈ ਨਾਮਜ਼ਦ ਆਸਕਰ ਪੁਰਸਕਾਰ ਨਾਲ ਸਨਮਾਨਿਤ ਮਸ਼ਹੂਰ ਅਮਰੀਕੀ ਅਦਾਕਾਰ ਐਲਨ ਆਰਕਿਨ ਦਾ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੀ ਮੌਤ ਤੇ ਕਈ ਹਾਲੀਵੁੱਡ ਹਸਤੀਆਂ ਨੇ ਸੋਗ ਜਤਾਇਆ। ਮਸ਼ਹੂਰ ਅਮਰੀਕੀ ਅਦਾਕਾਰ ਐਲਨ ਆਰਕਿਨ ਦਾ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਉਹਨਾਂ ਦੇ ਪੁੱਤਰਾਂ ਐਡਮ, ਮੈਥਿਊ ਤੇ ਐਂਥਨੀ ਨੇ ਆਪਣੇ ਪਿਤਾ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇੱਕ ਸਾਂਝੇ ਬਿਆਨ 'ਚ ਕਿਹਾ, ਸਾਡੇ ਪਿਤਾ ਇੱਕ ਕਲਾਕਾਰ ਤੇ ਇੱਕ ਵਿਅਕਤੀ ਦੇ ਰੂਪ 'ਚ ਇੱਕ ਵਿਲੱਖਣ ਪ੍ਰਤਿਭਾਵਾਨ ਇਨਸਾਨ ਸਨ। ਐਲਨ ਆਰਕਿਨ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਹ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ। ਉਹਨਾਂ ਨੂੰ 4 ਵਾਰ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਕਾਰਲ ਰੇਨਰ ਦੀ ਐਂਟਰ ਲਾਫਿੰਗ ਵਿੱਚ ਉਹਨਾਂ ਆਪਣੀ ਪਹਿਲੀ ਮੁੱਖ ਭੂਮਿਕਾ ਲਈ 1963 'ਚ ਬ੍ਰੌਡਵੇ ਦਾ ਚੋਟੀ ਦਾ ਸਨਮਾਨ ਟੋਨੀ ਅਵਾਰਡ ਜਿੱਤਿਆ ਸੀ। ਉਹਨਾਂ ਨੇ 1966 ਦੀ ਕੋਲਡ ਵਾਰ ਕਾਮੇਡੀ ਦ ਰਸ਼ੀਅਨਜ਼ ਆਰ ਕਮਿੰਗ 'ਚ ਇੱਕ ਸੋਵੀਅਤ ਮਲਾਹ ਦੀ ਭੂਮਿਕਾ ਲਈ ਸਰਵੋਤਮ ਅਭਿਨੇਤਾ ਅਵਾਰਡ ਵੀ ਜਿੱਤਿਆ। ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਹਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ। ਉਹਨਾਂ ਦੀ ਮੌਤ ਤੇ ਕਈ ਹਾਲੀਵੁੱਡ ਹਸਤੀਆਂ ਨੇ ਸੋਗ ਜਤਾਇਆ। ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਅਤੇ ਬਹੁਪੱਖੀ ਪ੍ਰਤਿਭਾ ਲਈ ਜਾਣੇ ਜਾਂਦੇ ਆਰਕਿਨ ਨੂੰ 2007 ਚ ਲਿਟਲ ਮਿਸ ਸਨਸ਼ਾਈਨ ਲਈ ਆਸਕਰ ਪੁਰਸਕਾਰ ਮਿਲਿਆ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਆਪਣੇ ਜਸਵੀਰ ਨੂੰ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਦਾ ਐਲਾਨ, ਔਰਤਾਂ ਨੂੰ ਟਰੱਕ ਡਰਾਈਵਿੰਗ 'ਚ ਲਿਆਉਣ ਲਈ ਖਰਚੇ ਜਾਣਗੇ $13 ਲੱਖ।
54 ਔਰਤਾਂ ਨੂੰ ਦਿੱਤੀ ਜਾਵੇਗੀ 200 ਘੰਟੇ ਦੀ ਸਿਖਲਾਈ। ਸਕੂਲ ਵਿੱਚ ਫਾਊਂਡੇਸ਼ਨ ਵੱਲੋਂ 7 ਪੰਜਾਬੀ ਵਿਦਿਆਰਥੀਆਂ ਨੂੰ $7,80,000 ਵਜ਼ੀਫਾ ਦੇਣ ਦਾ ਐਲਾਨ। ਕੈਨੇਡਾ 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਕਮ ਵਾਲਾ ਵਜ਼ੀਫਾ। BC ਫੋਰਟ ਵਰਕਰਜ਼ ਦੀ ਹੜਤਾਲ ਨੇ ਵਧਾਈ ਚਿੰਤਾ। ਅਰਥਚਾਰੇ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ। ਹੜਤਾਲ ਕਾਰਨ ਵਧਣਗੀਆਂ ਕੀਮਤਾਂ। ਗੂਗਲ ਦੇ ਖਬਰਾਂ ਤੱਕ ਪਹੁੰਚ ਦੇ ਲਿੰਕ ਹਟਾਉਣ ਦੇ ਫੈਸਲੇ ਤੋਂ ਹੈਰਾਨ ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼। ਕਿਆ ਅਜੇ ਤਾਂ ਕਾਨੂੰਨ ਪ੍ਰਭਾਵੀ ਵੀ ਨਹੀਂ ਹੋਇਆ?